Hello students, once again welcome to my YouTube channel. Today I am discuss about the class 8 SST subjects geography part second. The lesson number is first of class 8 is a resource types and conservation. Before starting this video, I will also be giving some detail about my first part video. In my first part, I I was explained that types of resources, conservation, and full detail about this chapter, as well as I was explained that very short question answer in my first part. In this part, I am discuss about to the short question answers, which is the most important for the point of view of the final examinations. ਅੱਜ ਦੀ ਜਿਹੜੀ ਇਹ ਵੀਡੀਓ ਆ ਉਹ ਕੀ ਆ ਛੋਟੇ ਕੁਐਸਚਨ ਆਨਸਰ ਦੇ ਉੱਤੇ ਬੇਸਡ ਹੈ। ਤੁਹਾਨੂੰ ਜੇਕਰ ਫਸਟ ਵੀਡੀਓ ਫਸਟ ਪਾਰਟ ਨਹੀਂ ਦੇਖਿਆ ਤਾਂ ਮੈਂ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਾਂਗਾ, ਤੁਸੀਂ ਉਹਤੇ ਕਲਿੱਕ ਕਰਕੇ ਮੇਰੀ ਫਸਟ ਪਾਰਟ ਦੀ ਵੀਡੀਓ ਨੂੰ ਦੇਖ ਸਕਦੇ ਹੋ। ਨਾਓ I am start there this session. The first question is differentiate between two the biotic and abiotic resources. Biotic ਤੇ abiotic resources ਕੀ ਹੁੰਦੇ ਹਨ? Biotic resources difference ਅਸੀਂ ਪੜ੍ਹ ਰਹੇ ਹਾਂ। These are obtaining from to the living things. ਜਿਹੜਾ ਬਾਇਓਟਿਕ ਰਿਸੋਰਸ ਹੁੰਦਾ ਉਹ ਕੀ ਹੁੰਦਾ ਇੱਕ ਜਿਉਂਦੇ ਚੀਜ਼ਾਂ ਦੇ ਵਿੱਚ ਮਿਲਦਾ ਵਾ, ਬਟ ਜਿਹੜਾ ਐਬੋਟਿਕ ਰਿਸੋਰਸ ਹੁੰਦਾ ਕਿਹਦੇ ਵਿੱਚ ਆ ਨਾਨ ਲਿਵਿੰਗ ਥਿੰਗਸ, ਜਿਵੇਂ ਕਿ ਸਾਡੇ ਕੋਲ ਹੋ ਗਿਆ ਡੈਸਕ, ਬੈਂਚ, ਚੇਅਰ, ਇਹ ਨਾਨ ਲਿਵਿੰਗ ਥਿੰਗਸ ਨੇ। ਲਿਵਿੰਗ ਥਿੰਗਸ ਲਾਈਕ ਐਨੀਮਲਸ, ਹਿਊਮਨ ਬੀਇੰਗ ਐਕਸੈਟਰਾ। ਪਲਾਂਟ ਐਂਡ ਐਨੀਮਲਸ ਆਰ ਇਟਸ ਐਗਜ਼ਾਮਪਲ, ਵੀ ਪਲਾਂਟਸ ਤੇ ਐਨੀਮਲ ਇਹਦੀਆਂ ਐਗਜ਼ਾਮਪਲਸ ਨੇ। ਤੇ ਇਹਦੀਆਂ ਕੀ ਨੇ? ਮਿਨਰਲਸ, ਰੌਕਸ ਆਰ ਐਗਜ਼ਾਮਪਲ, ਜਿਵੇਂ ਕਿ ਮਿਨਰਲਸ ਹੋ ਗਏ, ਚਟਾਨਾਂ ਹੋ ਗਈਆਂ, ਇਹਦੀਆਂ ਐਗਜ਼ਾਮਪਲ ਨੇ। These are found into the biospheres, providing foods, energy, coal and petroleum and raw materials. ਸਭ ਤੋਂ ਇਹ ਕੀ ਹੈ ਸਾਨੂੰ ਬਾਇਓਸਫੀਅਰ ਦੇ ਵਿੱਚ ਮਿਲਦੀ ਆ, ਜਿਹੜੀ ਕਿ ਸਾਨੂੰ ਫੂਡ ਪ੍ਰੋਵਾਈਡ ਕਰਦੀ ਹੈ ਜਾਂ એનર્ਜੀ ਪ੍ਰੋਵਾਈਡ ਕਰਦੀ ਹੈ, ਜਿਵੇਂ ਕੋਲ ਤੇ ਪੈਟਰੋਲੀਅਮ ਤੇ ਹੋਰ ਵੀ ਕੱਚਾ ਮਾਲ ਦਵਾਉਂਦੀ ਹੈ। ਤੇ ਐਬੋਟਿਕ ਰਿਸੋਰਸ ਕੀ ਨੇ? These are founded into the lithosphere and providing the raw material for industry. ਲਿਥੋਸਫੀਅਰ ਦਾ ਮਤਲਬ ਵੀ ਬਹੁਤ ਹਾਰਡ ਜੀ ਜਗ੍ਹਾ ਉੱਤੇ ਮਿਲਦੀ ਆ, ਜਿਵੇਂ ਕਿ ਚਟਾਨਾਂ ਹੋ ਗਈਆਂ, ਸਾਨੂੰ ਰॉ ਮਟੀਰੀਅਲ ਦਿੰਦੀਆਂ ਨੇ ਇੰਡਸਟਰੀ ਨੂੰ ਚਲਾਉਣ ਦੇ ਲਈ, ਲਾਈਕ ਆਇਰਨ, ਮਿਨਰਲਸ ਤੇ ਹੋਰ ਚੀਜ਼ਾਂ। ਨੈਕਸਟ ਕੁਐਸਚਨ ਇਜ਼ what is the short note on to the importance of to the land and soil resources. short note ਲਿਖਣਾ ਵਾ ਤੁਸੀਂ ਇੰਪੋਰਟੈਂਸ ਦੇ ਉੱਤੇ ਵੀ ਲੈਂਡ ਤੇ ਸੋਇਲ ਰਿਸੋਰਸ ਸਾਡੇ ਲਈ ਕਿਵੇਂ ਜ਼ਰੂਰੀ ਨੇ। the following is the importance of to the land and resources. following ਜਿਹੜੇ ਨੇ ਉਹਦੇ ਇੰਪੋਰਟੈਂਸ ਨੇ ਲੈਂਡ ਤੇ ਰਿਸੋਰਸ ਦੀ। ਫਸਟ ਇਜ਼ land is the basis of the human activities. It is helping the agriculture, getting off to the industries, means of transportation, sports, tourism, etc. House are to be built on the land. ਕਹਿੰਦੇ ਲੈਂਡ ਕੀ ਆ ਉਹ ਹਿਊਮਨ ਐਕਟੀਵਿਟੀ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿਵੇਂ ਕਿ ਉਹਦੇ 'ਤੇ ਖੇਤੀ ਕਰਦੇ ਆ, ਉਹਦੇ 'ਤੇ ਇੰਡਸਟਰੀ ਬਣਾਉਂਦੇ ਆ, ਟਰਾਂਸਪੋਰਟੇਸ਼ਨ ਲਈ ਜਗ੍ਹਾ ਬਣਾਉਂਦੇ ਆ, ਖੇਡਣ ਦੇ ਲਈ ਜਾਂ ਟੂਰਿਜ਼ਮ ਦੇ ਲਈ ਇਹਦੇ ਉੱਤੇ ਉਹ ਘਰ ਵੀ ਬਣਾਉਂਦੇ ਆ। soil man grows the crops on soils, ਵੀ ਜਿਹੜੀਆਂ ਮਿੱਟੀ ਹੁੰਦੀ ਆ ਉਹਦੇ 'ਤੇ ਕਈ ਤਰ੍ਹਾਂ ਦੀ ਖੇਤੀ ਜਾਂ ਫਸਲਾਂ ਉਗਾਉਂਦੇ ਆ ਉਹ। it provides to the food to the man and other raw materials. fertile soil support dense population. ਇਹ ਕੀ ਆ ਸਾਨੂੰ ਸਾਨੂੰ ਖਾਣ ਦੇ ਲਈ ਚੀਜ਼ਾਂ ਵੀ ਦਿੰਦੀ ਆ, ਰॉ ਮਟੀਰੀਅਲ ਵੀ ਦਿੰਦੀ ਆ, ਤੇ ਇਹ ਸਾਡੀ ਮਿੱਟੀ ਦੀ ਉਪਜਾਊ ਸ਼ਕਤੀ ਜਿੱਥੇ ਜ਼ਿਆਦਾ ਹੁੰਦੀ ਆ ਉਹ ਜ਼ਿਆਦਾ ਪੋਪੂਲੇਸ਼ਨ ਵੀ ਸੰਭਾਲਦੀ ਆ। ਨੈਕਸਟ ਇਜ਼ from where do we get to the minerals and where they used. ਕਹਿੰਦੇ ਵੀ ਤੁਸੀਂ ਜਿਹੜੇ ਮਿਨਰਲਸ ਨੇ ਉਹ ਸਾਨੂੰ ਕਿੱਥੋਂ ਮਿਲਦੇ ਆ ਤੇ ਤੁਸੀਂ ਕਿੱਥੇ ਯੂਜ਼ ਕਰਦੇ ਹੋ। ਕਿ ਮਿਨਰਲਸ ਆਰ obtaining from to the interiors of to the earth of rocks, ਵੀ ਜਿਹੜੀਆਂ ਰੌਕਸ ਹੁੰਦੀਆਂ ਨੇ ਉਹਦੀ ਜਿਹੜੀ ਅਰਥ ਦੀ ਇਨਰ ਪਾਰਟ ਹੁੰਦਾ ਵਾ ਉਹਦੇ ਵਿੱਚੋਂ ਸਾਨੂੰ ਮਿਨਰਲਸ ਮਿਲਦੇ ਆ। these are to the metallic and non metallic. ਇਹ ਕੀ ਹੁੰਦਾ, ਸਾਨੂੰ ਕੁਝ ਮੈਟਲਿਕ ਹੁੰਦੇ ਆ ਤੇ ਕੁਝ ਨਾਨ ਮੈਟੀਕਲ ਦੇ ਫੀਚਰਸ ਹੁੰਦੇ ਆ। ਇਹ ਮੈਟੀਕਲਸ ਮਿਨਰਲਸ included iron, copper, gold, silver, aluminium. ਜਿਹੜੇ ਮੈਟਲਿਕਲ ਹੁੰਦੇ ਉਹ ਕਿਹੜੇ ਆ? ਆਇਰਨ, ਕਾਪਰ, ਗੋਲਡ ਆ, ਸਿਲਵਰ ਆ ਤੇ ਐਲੂਮੀਨੀਅਮ ਆ। ਨਾਨ ਮੈਟੀਕਲ ਮਟੀਰੀਅਲਸ ਇਨਕਲੂਡਡ ਕੋਲ, ਮਿਕਾਸ, ਮੈਗਨੀਸ਼ੀਅਮ ਐਂਡ ਆਇਲ। ਵੀ ਜਿਹੜੇ ਨਾਨ ਮੈਟੀਕਲ ਕੀ ਨੇ ਉਹ ਕੋਲਾ ਵਾ, ਮੈਗਨੀਸ਼ੀਅਮ ਆ ਤੇ ਆਇਲ ਆ। these are used to the industry. before use these are to be a smelt to make ਪਿਓਰ। ਇਹਨਾਂ ਨੂੰ ਯੂਜ਼ ਕਰਨ ਤੋਂ ਪਹਿਲਾਂ ਇਹਨਾਂ ਨੂੰ ਕੀ ਕੀਤਾ ਜਾਂਦਾ? ਪਿਓਰ ਵੀ ਕੀਤਾ ਜਾਂਦਾ।
explain the developed and potential resource with example। ਅਸੀਂ example ਦੇਣੀ ਹੈ potential resource ਤੇ developed resource ਦੀ। these are total quantity of the resources found existing in the nature। ਕਹਿੰਦੇ ਇਹਦੀ ਜਿੰਨੀ ਵੀ total quantity ਹੁੰਦੀ ਆ ਉਹ ਸਾਨੂੰ ਰਿਸੋਰਸਾਂ ਦੀ nature ਤੋਂ ਹੀ ਮਿਲਦੀ ਹੈ, ਜਿਵੇਂ ਕੁਦਰਤ ਤੋਂ ਹੀ ਮਿਲਦੀ ਆ। these are only these resources which has been adjusted good for their use। ਕਹਿੰਦੇ ਇਹ ਸਿਰਫ ਉਹ ਰਿਸੋਰਸ ਹੁੰਦੇ ਆ ਜਿਨ੍ਹਾਂ ਨੂੰ ਯੂਜ਼ ਕੀਤਾ ਜਾਂਦਾ ਤਾਂ ਜੋ ਕੁਝ ਚੰਗਾ ਉਹ ਤੋਂ ਕੁਛ ਨਾ ਕੁਛ ਸਿੱਖਿਆ ਜਾ ਸਕੇ ਜਾਂ ਪੜ੍ਹਾਇਆ ਜਾ ਸਕੇ। these have not been put to use। ਇਹਨਾਂ ਨੂੰ ਅਸੀਂ ਸਿੱਧਾ ਯੂਜ਼ ਨਹੀਂ ਕਰ ਸਕਦੇ ਹੈਗੇ। these are put to use fully for to the economic gain। ਇਹ ਕਹਿੰਦੇ ਤਾਂ ਕਰਕੇ ਯੂਜ਼ ਕੀਤਾ ਜਾਂਦਾ ਤਾਂ ਜੋ ਅਸੀਂ ਆਰਥਿਕ ਪ੍ਰੋਫਿਟ ਕਰ ਸਕੀਏ, ਆਰਥਿਕ ਵਧਾ ਸਕੀਏ, ਆਪਣੀ ਆਰਥਿਕ ਸਥਿਤੀ ਨੂੰ ਵਧੀਆ ਬਣਾ ਸਕੀਏ। these are found everywhere। ਇਹ ਕਿਤੇ ਹਰੇਕ ਕਿਤੇ ਮਿਲ ਜਾਂਦੀ ਆ। these are not found everywhere। ਕਹਿੰਦੇ ਇਹ ਹਰੇਕ ਕਿਤੇ ਨਹੀਂ ਮਿਲਦੀ। Africa has a 40 potential water power resources of world due to the large river। ਵੀ ਅਫਰੀਕਾ ਕੋਲ 40% potential resource ਆ ਪਾਣੀ ਦਾ ਤਾਂ ਜੋ ਉਹ ਪਾਵਰ ਜਿਹੜੇ resources ਨੇ world ਦੇ ਵਿੱਚ ਉਹ ਬਣਾ ਸਕਦੇ ਕਿਉਂਕਿ ਇੱਥੇ large rivers ਨੇ। Africa has only 1% of the developed water power resource to world due to the lack of technology। ਕਹਿੰਦੇ ਪਰ ਇਹਨਾਂ ਕੋਲ ਕੀ ਆ ਸਿਰਫ 1% ਹੀ developed power resource ਆ ਕਿਉਂਕਿ ਇਹਦੇ ਕੋਲ lack of technology, ਇਹਦੇ ਕੋਲ ਇੰਨੀ ਵਧੀਆ ਟੈਕਨੋਲੋਜੀ ਨਹੀਂ ਹੈਗੀ। ਨੈਕਸਟ ਹੈਗਾ why should be used to the exhaustible resource wisely and with hectations। ਵੀ ਜਿਹੜਾ ਸਾਡਾ ਐਗਜ਼ੌਸਟੇਬਲ ਰਿਸੋਰਸ ਆ ਉਹਨੂੰ ਕਿਉਂ ਸਾਨੂੰ ਵਧੀਆ ਢੰਗ ਨਾਲ ਬੁੱਧੀਮਾਨੀ ਦੇ ਨਾਲ ਤੇ ਵਧੀਆ ਢੰਗ ਨਾਲ ਬਣਾਉਣੇ ਚਾਹੀਦੇ, ਕਿਉਂ ਯੂਜ਼ ਕਰਨੇ ਚਾਹੀਦੇ ਆ। the modern civilization depend upon products natural as well as to the man-made। ਵੀ ਜਿਹੜਾ ਅੱਜ ਦਾ ਮਾਡਰਨ ਸਮਾਂ ਵਾ ਉਹ ਕੀ ਆ ਪ੍ਰੋਡਕਟ ਕਈ ਤਰੀਕੇ ਨਾਲ ਯੂਜ਼ ਕੀਤੇ ਜਾ ਸਕਦੇ ਜਿਹੜੇ ਕਿ ਅਸੀਂ ਕੁਦਰਤ ਦੁਆਰਾ ਜਾਂ ਕੀ ਆ ਮਨੁੱਖਾਂ ਦੁਆਰਾ ਪ੍ਰੋਵਾਈਡ ਕੀਤੇ ਜਾਂਦੇ ਆ। without the help of the technology resources are being to be utilized on the large scale। ਕਹਿੰਦੇ ਕੀ ਆ with the help of ਅਸੀਂ ਟੈਕਨੋਲੋਜੀ ਨੂੰ ਰਿਸੋਰਸਾਂ ਨੂੰ ਵਧੀਆ ਯੂਟੀਲਾਈਜ਼ ਕਰ ਸਕਦੇ ਹਾਂ ਲਾਰਜ ਸਕੇਲ ਦੇ ਉੱਤੇ, ਵੱਡੇ ਪੈਮਾਨੇ ਦੇ ਉੱਤੇ। the exhaustible resource will not to be a last long। ਵੀ ਜਿਹੜੇ exhaustible resource ਨੇ ਇਕੱਲੇ last long ਨਹੀਂ ਹੈਗੇ। 80% of to the fossil oils will be finished in the 1 century with the exhaustions of the resources and civilization will come to be an end। ਕਹਿੰਦੇ ਵੀ ਜਿਹੜਾ ਜ਼ਿਆਦਾਤਰ ਸਾਡਾ ਫਲੂਸ਼ੀਅਸ ਫਿਊਲ ਆ ਜਿਹੜਾ ਤੇਲ ਆ ਉਹ ਕੀ ਆ ਐਗਜ਼ੌਸਟ ਹੋ ਜੂਗਾ 1 ਸੈਂਚਰੀ ਦੇ ਵਿੱਚ ਕਿਉਂਕਿ ਐਗਜ਼ੌਸਟੇਬਲ ਰਿਸੋਰਸ ਨੇ। ਅਤੇ ਜਿਵੇਂ ਜਿਵੇਂ ਸਿਵਲਾਈਜੇਸ਼ਨਾਂ ਦਾ ਵੀ ਵਧਣਗੀਆਂ ਤਾਂ ਉਸੇ ਤਰੀਕੇ ਨਾਲ ਜੇ ਜਦੋਂ ਫਿਊਲ ਖਤਮ ਹੋ ਜਾਣਗੇ ਤਾਂ ਸਿਵਲਾਈਜੇਸ਼ਨਾਂ ਦਾ ਵੀ ਐਂਡ ਹੋ ਜਾਏਗਾ। ਦੇਅਰ ਫॉर ਦੀ ਕੰਜ਼ਰਵੇਸ਼ਨ ਆਫ ਦੀ ਰਿਸੋਰਸਿਸ ਇਜ਼ ਨੈਸੈਸਰੀ। ਤਾਂ ਕਰਕੇ ਇਹਨਾਂ ਦੀ ਜਿਹੜਾ ਸੁਰੱਖਿਆ ਢੰਗ ਦੇ ਨਾਲ ਇਹਨਾਂ ਨੂੰ ਚਲਾਉਣਾ ਬਹੁਤ ਜ਼ਰੂਰੀ ਆ। ਅ ਬੈਲੈਂਸ ਸ਼ੁੱਡ ਬੀ ਆ ਮੇਨਟੇਨਡ between the population growth and utilization of resources so that the continuity of the modern civilization goes on। ਕਹਿੰਦੇ ਵੀ ਇਹਦੇ ਵਿੱਚ ਕੀ ਆ ਸਾਨੂੰ ਬੈਲੈਂਸ ਬਣਾਉਣਾ ਚਾਹੀਦਾ ਵਾ। ਸਾਡੀ ਜਿਹੜੀ ਪੋਪੂਲੇਸ਼ਨ ਗਰੋਥ ਆ ਜਿਹੜੀ ਪੋਪੂਲੇਸ਼ਨ ਵੱਧ ਰਹੀ ਆ ਅਤੇ ਜਿਹੜਾ ਸਾਡਾ ਯੂਟੀਲਾਈਜੇਸ਼ਨ ਆਫ ਰਿਸੋਰਸਿਸ ਆ ਉਹਦੇ ਅਕੋਰਡਿੰਗ ਤਾਂ ਜੋ ਕੀ ਹੈ ਕੰਟੀਨਿਊਸਲੀ ਜਿਹੜੀ ਮਾਡਰਨ ਸਿਵਲਾਈਜੇਸ਼ਨ ਆ ਉਹ ਅੱਗੇ ਤੱਕ ਇਹਨਾਂ ਨੂੰ ਲੈ ਕੇ ਜਾ ਸਕੇ ਰਿਸੋਰਸਾਂ ਨੂੰ। ਦ ਨੈਚੁਰਲ ਰਿਸੋਰਸਿਸ ਆਰ ਕਾਮਨਲੀ ਹੈਰੀਟੇਜਸ। ਕਹਿੰਦੇ ਵੀ ਇਹ ਜਿਹੜੇ ਨੈਚੁਰਲ ਰਿਸੋਰਸਿਸ ਨੇ ਸਾਨੂੰ ਇਹਨਾਂ ਨੂੰ ਕਾਮਨਲੀ ਇਹਨਾਂ ਨੂੰ ਬਚਾ ਕੇ ਰੱਖਣਾ ਚਾਹੀਦਾ ਜਾਂ ਇਹਨਾਂ ਨੂੰ ਹੈਰੀਟੇਜ ਕਰਨਾ ਚਾਹੀਦਾ ਵਾ। ਵੀ ਹੈਵ ਟੂ ਬੀ ਸ਼ੇਅਰ ਦੀਜ਼ ਵਿਦ ਇਨ ਦੀ ਫਿਊਚਰ ਜਨਰੇਸ਼ਨ। ਕਹਿੰਦੇ ਇਹਨਾਂ ਨੂੰ ਸਾਨੂੰ ਸ਼ੇਅਰ ਕਰਨਾ ਚਾਹੀਦਾ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਆ। ਲਾਸਟ ਕੁਐਸਚਨ ਆਫ ਦਿਸ ਸੈਸ਼ਨ what is the contribution of to the human resources or to the development of the other resources। ਵੀ human resource ਕਿਸ ਤਰੀਕੇ ਨਾਲ ਹੈਲਪ ਕਰਦੀ ਆ other resource ਨੂੰ ਡਿਵੈਲਪ ਕਰਨ ਦੇ ਲਈ। the resource are element of the biophysical environment। ਵੀ ਜਿਹੜਾ resource ਨੇ ਉਹ ਸਾਡੇ biophysical environment ਦੇ ਇੱਕ elements ਨੇ but these becomes resource only when the human preserves these। ਕਹਿੰਦੇ ਵੀ ਇਹ ਸਿਰਫ ਉਦੋਂ ਹੀ ਸਾਡੇ ਰਿਸੋਰਸ ਬਣ ਸਕਦੇ ਆ ਜੇਕਰ ਹਿਊਮਨ ਇਹਨਾਂ ਨੂੰ ਵਧੀਆ ਢੰਗ ਦੇ ਨਾਲ ਪ੍ਰੀਜ਼ਰਵ ਕਰਕੇ ਯੂਜ਼ ਕਰੇ। ਦੀ ਕੋਲ ਵਾਜ਼ ਆਲਵੇਜ਼ ਦੇਅਰ। ਵੀ ਜਿਹੜਾ ਕੋਲ ਆ ਉਹ ਵੀ ਹਮੇਸ਼ਾ ਉਹਨਾਂ ਕੋਲ ਹੀ ਰਹਿੰਦਾ ਬਟ ਇਟ ਬਿਕੇਮਸ ਆ ਰਿਸੋਰਸ ਓਨਲੀ। ਕਹਿੰਦੇ ਇਹ ਉਦੋਂ ਹੀ ਰਿਸੋਰਸ ਬਣ ਸਕਦਾ ਵਾ ਵੈਨ ਮੈਨ ਯੂਜ਼ ਇਟ ਐਜ਼ ਏ ਰਿਸੋਰਸ ਆਫ ਐਨਰਜੀ। ਕਹਿੰਦਾ ਬੰਦਾ ਜੇਕਰ ਇਹਨੂੰ ਐਨਰਜੀ ਦਾ ਰਿਸੋਰਸ ਬਣ ਕੇ ਇਹਨਾਂ ਨੂੰ ਯੂਜ਼ ਕਰੇ। ਸੋ ਇਟ ਇਜ਼ ਬੀਨ ਰਾਈਟਲੀ ਸੈਡ ਦੈਟ ਦੀਆਂ ਰਿਸੋਰਸਿਸ ਆਰ ਨਾਟ ਦੇ ਬਿਕਮ ਸੋ। ਕਹਿੰਦੇ ਇਸ ਕਰਕੇ ਸਹੀ ਗੱਲ ਕਹੀ ਗਈ ਆ ਵੀ ਜਿਹੜਾ ਰਿਸੋਰਸ ਆ ਉਹ ਕੁਛ ਵੀ ਨਹੀਂ ਹੈਗਾ ਜੇਕਰ ਉਹ ਨਹੀਂ ਹੈਗੇ। ਮੈਨ ਦੀਜ਼ ਟੈਕਨੋਲੋਜੀਜ਼ ਐਂਡ ਸਕਿੱਲਸ ਡਿਵੈਲਪ ਦੀਆਂ ਰਿਸੋਰਸ। ਵੀ ਜਿਹੜਾ ਬੰਦਾ ਵਾ ਉਹੀ ਟੈਕਨੋਲੋਜੀ ਅਤੇ ਸਕਿੱਲਸ ਨੂੰ ਡਿਵੈਲਪ ਕਰ ਸਕਦਾ ਵਾ ਰਿਸੋਰਸਾਂ ਦੇ ਵਿੱਚ। ਮਸ਼ੀਨਸ ਐਂਡ ਟੂਲਸ ਆਰ ਯੂਜ਼ਡ। ਜਾਪਾਨ ਇਜ਼ ਅ ਗੁੱਡ ਐਗਜ਼ਾਮਪਲ ਵੇਅਰ ਇੰਸਟੇਡ ਆਫ ਟੂ ਦੀਆਂ ਨਾਨ ਐਗਜ਼ਿਸਟੈਂਸ ਆਫ ਦੀਆਂ ਰਿਸੋਰਸ ਦੀਆਂ ਕੰਟਰੀਜ਼ ਹੈਜ਼ ਪ੍ਰੋਗਰੈਸਡ ਟੂ ਦੀਆਂ ਗ੍ਰੇਟ ਐਕਸਟੈਂਟ। ਕਹਿੰਦੇ ਵੀ ਮਸ਼ੀਨ ਅਤੇ ਟੂਲਸ ਨੂੰ ਯੂਜ਼ਡ ਕਰਕੇ ਜਿਹੜਾ ਜਾਪਾਨ ਆ ਉਹਨੇ ਇੱਕ ਵਧੀਆ ਐਗਜ਼ਾਮਪਲ
ਸੈੱਟ ਕੀਤੀ ਆ ਤੇ ਉਹ ਦੱਸ ਰਿਹਾ ਵੀ ਨੋਨ ਐਗਜ਼ਿਸਟੈਂਸ ਆਫ ਰਿਸੋਰਸ ਵੀ ਉਹਦੇ ਕੋਲ ਚਾਹੇ ਰਿਸੋਰਸ ਨਾ ਹੋਵੇ ਪਰ ਉਹ ਫਿਰ ਵੀ ਇਸ ਚੀਜ਼ਾਂ ਦੇ ਨਾਲ ਉਹ ਆਪਣੇ ਆਪ ਨੂੰ ਕੀ ਆ ਵੱਡਾ ਐਕਸਟੈਂਡ ਕਰ ਰਿਹਾ ਤੇ ਆਪਣੇ ਆਪ ਨੂੰ ਵੱਡੇ ਲੈਵਲ ਤੱਕ ਲੈ ਕੇ ਜਾ ਰਿਹਾ। ਇਹ ਸੀਗਾ ਅੱਜ ਦਾ ਸੈਸ਼ਨ ਜਿਹਦੇ ਵਿੱਚ ਅਸੀਂ ਇਹਦੇ ਵੈਰੀ ਸ਼ਾਰਟ ਕੁਐਸਚਨ ਆਨਸਰ ਡਿਸਕਸ ਕੀਤੇ ਨੇ। ਇਹ ਪਹਿਲੇ ਚੈਪਟਰ ਦਾ ਸਾਡਾ ਪੂਰਾ ਡਿਟੇਲ ਜਿਹੜੀ ਆ ਉਹ ਸਾਰਾ ਕੁਝ ਹੋ ਚੁੱਕੀ ਆ। ਅਸੀਂ ਵੈਰੀ ਸ਼ਾਰਟ ਤੇ ਸ਼ਾਰਟ ਕੁਐਸਚਨ ਆਨਸਰ ਤੇ ਪਲੱਸ ਜਿਹੜਾ ਚੈਪਟਰ ਦੀ ਟਰਾਂਸਲੇਸ਼ਨ ਅਸੀਂ ਉਹ ਕਰ ਚੁੱਕੇ ਹਾਂ। ਫਿਰ ਵੀ ਜੇਕਰ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਫੇਸ ਆਊਟ ਹੁੰਦੀ ਆ after that the completion of this full chapters, when any students facing any kind of their problems, give their message on my comment box related to which problems which has been faced by you, and when I will see these problems and try to make this concept so easy, so that's why you will be also be crack these things। ਤੇ ਲਾਸਟ ਦੇ ਵਿੱਚ ਇਹੀ ਕਹਾਂਗੇ ਜਿਹੜੇ ਪਰਸਨ ਫਸਟ ਵਾਰ ਮੇਰੇ YouTube ਚੈਨਲ ਤੇ ਆਏ ਹਨ ਉਹ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨ, ਸ਼ੇਅਰ ਕਰਨ। ਜੇਕਰ ਸੈਸ਼ਨ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਕਰਨਾ ਨਾ ਭੁੱਲਿਓ। ਥੈਂਕਸ ਅ ਲੋਟ।